ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਤੁਹਾਡੇ ਨਾਲ ਅੱਜ 4 ਮੁੱਦੇ ਸਾਂਝੇ ਕਰਨ ਦੇ ਲਈ। ਇੱਕ ਮੁੱਦਾ ਆਪਾਂ ਸਾਂਝਾ ਕਰਨਾ, ਅਮਰੀਕਾ ਦੇ ਜਿਹੜੇ ਸਰਜਨ ਜਨਰਲ ਨੇ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਜੀ ਗੱਲਬਾਤ ਕਰਨੀ ਹੈ ਕਿ ਸ਼ਹਿਦ ਦੀਆਂ ਮੱਖੀਆਂ ਤੋਂ ਬਚਾਅ ਦੀ ਸਲਾਹ ਦਿੱਤੀ ਗਈ ਹੈ। ਤੀਜੀ ਗੱਲਬਾਤ FBI ਦਾ ਇੱਕ ਸਾਬਕਾ ਅਧਿਕਾਰੀ ਗ੍ਰਿਫਤਾਰ ਕੀਤਾ ਗਿਆ। ਅਤੇ ਜੇ ਸਮਾਂ ਹੋਇਆ ਸਾਡੇ ਕੋਲ ਚੌਥੀ ਗੱਲਬਾਤ ਆਪਾਂ ਕੈਲੀਫੋਰਨੀਆ ਦੀ ਜਨਸੰਖਿਆ ਬਾਰੇ ਕਰਨੀ ਹੈ ਕਿ ਕੈਲੀਫੋਰਨੀਆ ਦੀ ਜਨਸੰਖਿਆ ਪਤਾ ਲੱਗਿਆ ਘਟ ਰਹੀ ਹੈ। US ਸਰਜਨ ਜਨਰਲ ਨੇ ਡਾਕਟਰ ਵਿਵੇਕ ਮੂਰਥੀ, ਉਹਨਾਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਜਾਰੀ ਕੀਤੀ ਉਹਨਾਂ ਨੂੰ ਪਰਸੋਂ ਜਾਣੀ ਕਿ ਮੰਗਲਵਾਰ ਨੂੰ, ਹੁਣ ਉਹ ਅਖਬਾਰਾਂ ਦੇ ਵਿੱਚ ਛਪੀ ਆ। ਐਡਵਾਈਜ਼ਰੀ ਤੁਹਾਨੂੰ ਪਤਾ ਕਿ ਸਿਹਤ ਮਹਿਕਮਾ ਜਾਂ ਜਿਹੜੇ ਸਰਜਨ ਜਨਰਲ ਆਫ US ਆ, ਬਹੁਤ ਵੱਡਾ ਅਹੁਦਾ ਡਾਕਟਰ ਵਿਵੇਕ ਮੂਰਥੀ, ਛੋਟੀ ਮੋਟੀ ਗੱਲ ਦੇ ਲਈ ਤਾਂ ਉਹ ਗੱਲਬਾਤ ਨਹੀਂ ਕਰਦੇ, ਪਰ ਕੁਛ ਨਾ ਕੁਛ ਜਦੋਂ ਨੈਸ਼ਨਲ ਲੈਵਲ ਦੇ ਉੱਤੇ ਵੱਡਾ ਵਾਪਰਦਾ ਉੱਥੇ ਉਹ ਸਲਾਹ ਦਿੰਦੇ ਆ ਵੀ ਭਾਈ ਆਹ ਸਿਚੁਏਸ਼ਨ ਆ, ਆਹ ਕਰੋ। ਉਹਨਾਂ ਨੇ ਹੁਣ ਐਡਵਾਈਜ਼ਰੀ ਜਾਰੀ ਕੀਤੀ ਆ। ਐਡਵਾਈਜ਼ਰੀ ਕਾਹਦੇ ਬਾਰੇ ਆ? ਉਹ ਕਹਿੰਦੇ ਵੀ ਇੱਕ ਐਪੀਡੈਮਿਕ ਆ ਰਹੀ ਆ, ਇੱਕ ਮਹਾਮਾਰੀ ਫੈਲ ਰਹੀ ਆ, ਐਪੀਡੈਮਿਕ ਆਫ ਲੋਨਲੀਨੈਸ ਐਂਡ ਆਈਸੋਲੇਸ਼ਨ। ਅਮਰੀਕਾ ਦੇ ਵਿੱਚ ਇਕੱਲੇਪਨ ਦੀ ਮਹਾਮਾਰੀ ਫੈਲੀ ਆ, ਬਿਲਕੁਲ ਉੱਦਾਂ ਜਿੱਦਾਂ ਕੋਵਿਡ ਕਰੋਨੇ ਵੇਲੇ ਜੋ ਕੁਛ ਹੋਇਆ ਸੀ ਉਸੇ ਤਰ੍ਹਾਂ ਦੇ ਨਾਲ ਉਹ ਪੈਂਡੈਮਿਕ ਸੀ। ਇਹ ਐਪੀਡੈਮਿਕ ਆ, ਮਤਲਬ ਪੈਂਡੈਮਿਕ ਤੋਂ ਥੋੜ੍ਹੀ ਜਿਹੀ ਛੋਟੀ ਪਰ ਗੱਲਬਾਤ ਬਹੁਤ ਵੱਡੀ ਆ। ਲੋਨਲੀਨੈਸ ਐਂਡ ਆਈਸੋਲੇਸ਼ਨ ਮਤਲਬ ਅਮਰੀਕਾ ਦੇ ਵਿੱਚ ਲੋਕ ਇਕੱਲੇ ਆ, ਇਕੱਲੇ ਰਹਿ ਗਿਆ। ਇਹਨਾਂ ਦਾ ਆਪਸ ਦੇ ਵਿੱਚ ਭਾਈਚਾਰਾ ਹੈ ਨਹੀਂ, ਟੁੱਟਿਆ ਆ, ਇਹਨੂੰ ਜੋੜਨ ਦੀ ਲੋੜ ਆ। ਹੁਣ ਇਹ ਇੱਕ ਤਾਂ ਕਈ ਵਾਰੀ ਆਪਾਂ ਆਮ ਹੀ ਗੱਲਾਂ ਬਾਤਾਂ ਕਰਦੇ, ਦੇਖੋ ਜੀ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ, ਲੋਕਾਂ ਨੂੰ ਇੱਕ ਦੂਜੇ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ, ਇਹ ਉਹ। ਪਰ ਇਹ ਜਦੋਂ ਸਰਜਨ ਜਨਰਲ ਆਫ ਅਮਰੀਕਾ ਐਡਵਾਈਜ਼ਰੀ ਜਾਰੀ ਕਰ ਰਿਹਾ ਆਫੀਸ਼ੀਅਲ, ਇਹਦਾ ਮਤਲਬ ਸਮੱਸਿਆ ਬਹੁਤ ਗੰਭੀਰ ਆ। ਔਰ ਉਹਨਾਂ ਨੇ ਖਾਸ ਤੌਰ ਦੇ 'ਤੇ ਇਹ ਕਿਹਾ ਕਿ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਇਹਨੂੰ ਮੁੱਢ ਤੋਂ ਠੀਕ ਕਰਨ ਦੀ ਲੋੜ ਆ। ਇਹਨੇ ਅੱਜ ਇਹ ਸਟੇਟਮੈਂਟ ਨੇ ਬਹੁਤ ਲੋਕਾਂ ਨੂੰ ਚਿੰਤਾ ਦੇ ਵਿੱਚ ਵੀ ਪਾਇਆ ਔਰ ਇੱਕ ਇਹਨਾਂ ਦੇਸ਼ਾਂ ਦਾ ਜਿਹੜਾ ਦੂਜਾ ਪਾਸਾ ਹੈ ਉਹ ਵੀ ਸਾਹਮਣੇ ਲਿਆਂਦਾ ਕਿ ਜਿਹੜਾ ਨੈਸ਼ਨਲ ਸਟ੍ਰੈਟਜੀ ਚਾਹੀਦੀ ਹੈ ਇੱਕ ਸੋਸ਼ਲ ਕਨੈਕਸ਼ਨ ਦੇ ਲਈ, ਦੇਸ਼ ਨੂੰ ਕੁਛ ਕਰਨਾ ਚਾਹੀਦਾ ਇਸ ਬਾਰੇ ਦੇ ਵਿੱਚ, ਉਹਨਾਂ ਨੂੰ ਕੁਛ ਸੋਚਣਾ ਚਾਹੀਦਾ। ਐਡਵਾਈਜ਼ਰੀ ਇੱਕ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਐਡਰੈਸ ਕੀਤਾ ਜਾ ਰਿਹਾ ਮੈਂਟਲ ਹੈਲਥ ਨੂੰ, ਵਾਈਟ ਹਾਊਸ ਨੂੰ, ਉਹਦਾ ਇੱਕ ਪਾਰਟ ਆ ਇਹ। ਵਾਈਟ ਹਾਊਸ ਖਾਸ ਤੌਰ ਦੇ ਉੱਤੇ ਮੈਂਟਲ ਹੈਲਥ ਦੇ ਇਸ਼ੂ ਨੂੰ ਐਡਰੈਸ ਕਰ ਰਿਹਾ। ਅਮਰੀਕਾ ਦੇ ਵਿੱਚ ਸਮੱਸਿਆ ਬਹੁਤ ਆ ਲੋਕਾਂ ਨੂੰ ਮਾਨਸਿਕ ਰੋਗਾਂ ਦੀ, ਜਿਹੜੀ ਇੱਕ ਜ਼ਬਰਦਸਤ ਲਗਾਤਾਰ ਦੋਸਤੀ ਆ ਜੇ ਤੁਹਾਡੇ ਕੋਲ ਕੋਈ, ਇਹ ਕਹਿੰਦੇ ਸਭ ਤੋਂ ਵੱਡਾ ਮਨੋਵਿਗਿਆਨਕ ਪੂੰਜੀ ਆ, ਤੁਹਾਡੀ ਸਰਮਾਇਆ ਆ। ਮਤਲਬ ਜੇ ਤੁਹਾਡਾ ਕੋਈ ਆਪਣਾ ਹੈਗਾ ਜਿਹੜਾ ਸੱਚੀ ਤੁਹਾਡਾ ਆਪਣਾ ਆ ਅਤੇ ਉਹਦੇ ਨਾਲ ਲਗਾਤਾਰ ਤੁਹਾਡਾ ਸੰਬੰਧ ਆ ਅਤੇ ਬਹੁਤ ਜ਼ਬਰਦਸਤ ਸੰਬੰਧ ਆ, ਅਤੇ ਇਹ ਸਮਝ ਲਓ ਕਿ ਤੁਸੀਂ ਅਮੀਰ ਆ, ਤੁਹਾਡੇ ਕੋਲ ਇੱਕ ਬਹੁਤ ਵੱਡਾ ਐਸੈਟ ਆ। ਇਹ ਸਰਜਨ ਜਨਰਲ ਆਫ ਅਮਰੀਕਾ ਜੇ ਕਹਿ ਰਹੇ। ਕਿਹਾ ਉਹਨਾਂ ਨੇ ਕੀ ਆ ਕਿ ਪਿਛਲੇ ਸਾਲਾਂ ਦੇ ਵਿੱਚ 1 in 2 ਅਡਲਟਸ, ਮਤਲਬ 2 ਦੇ ਵਿੱਚੋਂ 1 ਅਮਰੀਕਾ ਦੇ ਵਿੱਚ ਰਹਿਣ ਵਾਲਾ ਲੋਨਲੀਨੈਸ ਫੀਲ ਕਰ ਰਿਹਾ। ਮਤਲਬ ਅੱਧਾ ਅਮਰੀਕਾ ਜਿਹੜਾ ਇਸ ਬਿਮਾਰੀ ਤੋਂ ਪੀੜਤ ਆ, ਤਾਂ ਹੀ ਤੈਨੂੰ ਮਹਾਮਾਰੀ ਕਿਹਾ। ਅੱਧਾ ਅਮਰੀਕਾ ਇਕੱਲਤਾ ਤੋਂ ਪੀੜਤ ਆ। ਬਹੁਤ ਸਾਰੇ ਜਿਹੜੇ ਪੱਛਮੀ ਦੇਸ਼ ਆ ਉਹ ਇਸੇ ਤਰ੍ਹਾਂ ਹੀ ਹੋਣਗੇ। ਉਹਨਾਂ ਨੇ ਗੱਲ ਜਿਹੜੀ ਕਹੀ ਹੈ ਕਿ ਕੋਵਿਡ ਤੋਂ ਪਹਿਲਾਂ ਸੁਸਾਇਟੀ ਕਈ ਫਰੈਂਡਸ ਤੋਂ ਕੱਟ ਆਫ ਹੋਈ ਆ, ਇਹ ਸਾਰੇ ਕੁਛ ਦੇ ਨਾਲ। ਅਤੇ ਇਹ ਜਿਹੜਾ ਇਹਨੂੰ ਤੁਹਾਨੂੰ ਸਪੋਰਟ ਸਿਸਟਮ ਚਾਹੀਦਾ, ਤਾਂ ਹੀ ਮੈਂਟਲ ਹੈਲਥ ਠੀਕ ਠਾਕ ਕੀਤੀ ਜਾ ਸਕਦੀ ਹੈ। ਰਿਸਰਚ ਇਹ ਦੱਸਦੀ ਆ ਕਿ ਜਿਹੜੀ ਇਕੱਲਤਾ ਆ, ਜਿਹੜੀ ਆਈਸੋਲੇਸ਼ਨ ਆ, ਇਹਦੇ ਨਾਲ ਫਿਰ ਤੁਹਾਡੀ ਨੀਂਦ ਜੁੜਦੀ ਆ, ਇਹਦੇ ਨਾਲ ਤੁਹਾਡੀ ਜਿਹੜੀ ਇਨਫਲੇਮੇਸ਼ਨ ਜੁੜਦੀ ਹੈ, ਇਹਦੇ ਨਾਲ ਤੁਹਾਡਾ ਜਿਹੜਾ ਸਰੀਰ ਦਾ ਇਮਿਊਨ ਸਿਸਟਮ ਜਿਹੜਾ ਉਹਦੇ 'ਤੇ ਅਸਰ ਪੈਂਦਾ। ਜਿਹੜੇ ਨੌਜਵਾਨ ਨੇ ਉਹਨਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਪੈਣਾ ਹੀ ਆ, ਉਹ ਇਮਿਊਨ ਸਿਸਟਮ ਦੇ ਉੱਤੇ ਅਸਰ ਪੈਂਦਾ ਅਤੇ ਬਿਮਾਰੀਆਂ ਤੁਹਾਨੂੰ ਜ਼ਿਆਦਾ ਲੱਗਣ ਲੱਗ ਜਾਂਦੀਆਂ। ਅਤੇ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਦੇ ਵਿੱਚ ਫਿਰ ਜਿਹੜੀਆਂ ਬਿਮਾਰੀਆਂ ਹੁਣ ਹੁੰਦੀਆਂ, ਆਹ ਦਰਦ ਹੋਣ ਲੱਗ ਜਾਂਦਾ ਸਰੀਰ ਦੇ ਵਿੱਚ, ਇਨਸੋਮਨੀਆ, ਡਿਪਰੈਸ਼ਨ, ਐਂਗਜ਼ਾਇਟੀ, ਸ਼ਾਰਟ ਲਾਈਫ ਸਪੈਨ, ਚੇਤਾ ਭੁੱਲਣ ਲੱਗ ਜਾਂਦਾ, ਗੱਲਾਂ ਨਹੀਂ ਚੇਤੇ ਰਹਿੰਦੀਆਂ, ਉਮਰ ਤੋਂ ਪਹਿਲਾਂ ਲੋਕ ਚੜ੍ਹਾਈ ਕਰ ਜਾਂਦੇ ਆ, ਸਰੀਰ 'ਚ ਦਰਦ ਰਹਿਣ ਲੱਗ ਜਾਂਦਾ। ਹੁਣ ਇਹ ਗੱਲਾਂ ਬਾਤਾਂ ਜੇ ਕੋਈ ਵਿਚਾਰਕ ਦੱਸੇ ਜਾਂ ਕੋਈ ਮੰਨ ਲਓ ਸਮਾਜ ਸੁਧਾਰਕ ਜਾਂ ਕੋਈ ਫਿਲੋਸਫਰ ਗੱਲਬਾਤ ਕਰੇ ਤਾਂ ਮੰਨੀ ਜਾ ਸਕਦੀ ਵੀ ਇਹ ਗੱਲਾਂ ਹੀ ਕਰਦੇ ਆ, ਇੱਦਾਂ ਹੁੰਦਾ ਨਹੀਂ ਆ। ਪਰ ਜੇ ਅਮਰੀਕਾ ਦਾ ਸਰਜਨ ਜਨਰਲ ਡਾਕਟਰ ਵਿਵੇਕ ਮੂਰਥੀ ਇਹ ਗੱਲਬਾਤ ਕਹਿ ਰਹੇ ਆ, ਇਹਦਾ ਮਤਲਬ ਉਹਨਾਂ ਦੇ ਕੋਲ ਵਿਗਿਆਨਕ ਡਾਟਾ ਆ, ਇੱਕ ਸਾਇੰਟੀਫਿਕ ਰਿਸਰਚ ਆ। ਰਿਸਰਚ ਦੇ ਬੇਸ ਦੇ ਉੱਤੇ ਉਹ ਆਪਣੀ ਇਹ ਸਾਰੀ ਗੱਲਬਾਤ ਕਹਿ ਰਹੇ। ਔਰ ਬਹੁਤ ਇੱਕ ਹਿਲਾ ਕੇ ਰੱਖ ਦੇਣ ਵਾਲੀ ਗੱਲਬਾਤ ਆ ਕਿ ਅਮਰੀਕਾ ਦੇ ਵਿੱਚ ਹਰ 2 ਜਣਿਆਂ ਪਿੱਛੇ 1 ਜਣਾ ਆਈਸੋਲੇਸ਼ਨ ਦਾ ਸ਼ਿਕਾਰ ਆ। ਔਰ ਇਹ ਸਾਰੇ ਉਮਰ ਵਰਗਾਂ ਦੇ ਵਿੱਚ ਇਸੇ ਤਰ੍ਹਾਂ ਹੀ ਆ। ਔਰ ਜਿਹੜੇ ਸਾਰੇ ਲੋਕ ਨੇ
ਉਹਨਾਂ ਦਾ ਇਹਦੇ ਨਾਲ ਹਾਰਟ ਅਟੈਕ ਦਾ ਰਿਸਕ ਵੱਧ ਜਾਂਦਾ, ਸਟ੍ਰੋਕ, ਡਾਇਬਟੀਜ਼, ਜਿਹੜੀ ਐਡਿਕਸ਼ਨ, ਫਿਰ ਸੁਇਸਾਈਡਲ ਟੈਂਡੈਂਸੀਜ਼, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ, ਡਾਇਮੈਂਸ਼ੀਆ, ਇਹ ਸਾਰੀਆਂ ਬਿਮਾਰੀਆਂ ਕਲਤਾ ਦੇ ਨਾਲ ਜੁੜੀਆਂ ਆ। ਜਿਹੜੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਮੌਤਾਂ ਹਾਰਟ ਅਟੈਕ ਨਾਲ ਹੁੰਦੀਆਂ, ਜਿਹੜਾ ਲੀਡਿੰਗ ਕਾਜ਼ ਆਫ ਡੈਥ ਹਾਰਟ ਅਟੈਕ ਆ, ਕੈਂਸਰ ਆ, ਜਿਹੜਾ ਸਟ੍ਰੋਕ ਆ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖਾਸ ਕਰ ਹਾਰਟ ਅਟੈਕ ਤੇ ਸਟ੍ਰੋਕ ਉਹ ਲੋਨਲੀਨੈਸ ਦੇ ਨਾਲ ਜੁੜੀਆਂ ਆ। ਹੁਣ ਡਾਕਟਰ ਮੂਰਥੀ ਅੱਗੇ ਕੀ ਕਹਿ ਰਹੇ ਆ ਕਿ ਜਿਹੜੇ ਸੋਸ਼ਲ ਕਨੈਕਸ਼ਨ ਆ, ਜਿਹੜਾ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਨਾ, ਜੁੜਨਾ, ਆਪਣਾ ਦੁੱਖ ਫੋਲਣਾ, ਗੱਲਬਾਤ ਕਹਿਣੀ, ਇਹ ਇਹਦਾ ਹੱਲ ਹੋ ਸਕਦਾ, ਇਹ ਇਹਦੀ ਹੈਲਪ ਕਰ ਸਕਦੇ ਆ। ਲੋਨਲੀਨੈਸ ਇੱਕ ਬਹੁਤ ਮਾਰੂ ਚੀਜ਼ ਆ, ਇਕੱਲਤਾ ਬਹੁਤ ਮਾਰੂ ਚੀਜ਼ ਆ। ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਆ ਅੱਜ, ਉਹਦੇ ਬਾਰੇ ਇਹਨਾਂ ਨੇ ਇਹ ਦੱਸਿਆ ਆ ਕਿ ਜਿਹੜੇ ਲੋਕ ਆਪਣੇ ਆਪ ਨੂੰ ਪਿੱਛੇ ਕਰ ਲੈਂਦੇ ਆ, ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਜਾਂਦੇ ਆ, ਗੁੱਸਾ ਆਉਣ ਲੱਗ ਜਾਂਦਾ, ਹੋਰ ਬਹੁਤ ਸਾਰੀਆਂ ਚੀਜ਼ਾਂ, ਲੋਨਲੀਨੈਸ ਜੇ ਲੰਬੇ ਸਮੇਂ ਦੇ ਲਈ ਜੇਕਰ ਕਰਦੇ ਰਹਿਣ ਤਾਂ ਉਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਇੱਕ ਦੂਜੇ ਦੇ ਨਾਲ ਜੁੜਨਾ ਚਾਹੀਦਾ ਆ। ਅਤੇ ਇਹ ਦੂਜਾ ਇਹ ਆ ਵੀ ਤੁਹਾਨੂੰ ਇੱਕ ਜਿਹੜਾ ਪੂਰਾ ਸਮਾਜਿਕ ਤਾਣਾ ਬਾਣਾ ਆ, ਇਹਨੂੰ ਤੁਹਾਨੂੰ ਦੇਖਣਾ ਪਊਗਾ। ਇਹ ਜਿਹੜਾ ਇੱਕ ਰੀਜ਼ਨ ਬਹੁਤ ਵੱਡਾ ਆ ਕਿ ਜਿਹੜੇ ਨੌਜਵਾਨ ਨੇ ਖਾਸ ਕਰ ਉਹ ਜ਼ਿਆਦਾ ਫੋਨ ਕਰਦੇ ਆ। ਫੋਨ ਕਰਨਾ ਵੀ ਇੱਕ ਸੋਸ਼ਲ ਕਨੈਕਸ਼ਨ ਆ, ਅਤੇ ਇਹ ਵੀ ਇੱਕ ਬਦਲ ਹੋ ਸਕਦਾ ਇਸ ਚੀਜ਼ ਦਾ, ਇਕੱਲਤਾ ਦਾ। ਸੋਸ਼ਲ ਕਨੈਕਸ਼ਨ ਉਹ ਕਹਿੰਦੇ ਬਹੁਤ ਜ਼ਰੂਰੀ ਆ ਸਾਰੇ ਜਿਹੜਾ ਮਨੁੱਖਤਾ ਦੇ ਲਈ, ਉਸੇ ਤਰ੍ਹਾਂ ਹੀ ਜਿੱਦਾਂ ਭੋਜਨ, ਪਾਣੀ, ਘਰ ਜਾਂ ਹੋਰ ਚੀਜ਼ਾਂ ਜ਼ਰੂਰੀ ਆ। ਤੁਸੀਂ ਇੱਥੋਂ ਦੇਖੋ ਵੀ ਜਿੱਦਾਂ ਬੰਦੇ ਨੂੰ ਜਿਉਂਦਾ ਰਹਿਣ ਦੇ ਲਈ ਭੋਜਨ ਜ਼ਰੂਰੀ ਆ, ਤੁਹਾਡਾ ਬਾਕੀ ਲੋਕਾਂ ਦੇ ਨਾਲ ਤੁਹਾਡੀ ਸਾਂਝ, ਤੁਹਾਡਾ ਭਾਈਚਾਰਾ ਵੀ ਓਨਾ ਹੀ ਜ਼ਰੂਰੀ ਆ, ਉਹਨਾਂ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਜਿਹੜਾ ਮਨੁੱਖ ਆ, ਇਹਨੂੰ ਇਤਿਹਾਸ, ਇਹ ਡਾਕਟਰ ਮੂਰਥੀ ਦੀ ਸਟੇਟਮੈਂਟ ਆ, ਉਹ ਹੀ ਕਹਿ ਰਹੇ ਆ, ਸਾਰੀ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹਦੇ ਵਿੱਚ ਇਹ ਕਿਹਾ ਉਹਨਾਂ ਨੇ ਕਿ ਮਨੁੱਖ ਇਤਿਹਾਸਕ ਤੌਰ ਦੇ ਉੱਤੇ ਇੱਕ ਦੂਜੇ ਦੇ ਨਾਲ ਨਿਰਭਰ ਕਰਦਾ ਆ, ਅਤੇ ਅੱਜ ਦੇ ਲੋਕ ਜਿਹੜੇ ਇਸ ਕਨੈਕਸ਼ਨ ਦੇ ਵਿੱਚੋਂ ਟੁੱਟ ਗਏ ਆ, ਉਹ ਤੰਗ ਨੇ। ਜਿਹੜੇ ਇਹਦੇ ਫਿਰ ਨਤੀਜੇ ਨੇ ਇਸ ਇਕੱਲਤਾ ਦੇ, ਉਹ ਇੱਕ ਬਹੁਤ ਵੱਡਾ ਫਿਰ ਸਾਨੂੰ ਉਹਦਾ ਸਾਰਾ ਭੁਗਤਾਨ ਭੁਗਤਣਾ ਪੈਂਦਾ। ਜਿਹੜੇ ਸੋਸ਼ਲ ਕਨੈਕਸ਼ਨ ਆ, ਉਹ ਸਾਨੂੰ ਬਣਾਉਣੇ ਪੈਣਗੇ। ਬਿਲਕੁਲ ਉਸੇ ਤਰ੍ਹਾਂ ਹੀ ਇਹਨੂੰ ਮਤਲਬ ਐਡਰੈਸ ਕਰਨਾ ਪਊਗਾ ਜਿੱਦਾਂ ਟੋਬੈਕੋ ਯੂਜ਼, ਓਬੈਸਿਟੀ ਜਾਂ ਜਿਹੜੀਆਂ ਐਡਿਕਸ਼ਨ ਕ੍ਰਾਈਸਿਸ ਆ, ਉਹਨਾਂ ਚੀਜ਼ਾਂ ਨੂੰ ਅਸੀਂ ਐਡਰੈਸ ਕਰ ਰਹੇ ਹਾਂ, ਉਹਨਾਂ ਚੀਜ਼ਾਂ ਦੇ ਬਾਰੇ ਚਿੰਤਾ ਕਰ ਰਹੇ ਹਾਂ। ਸਾਨੂੰ ਉਹ ਕਹਿੰਦੇ ਇੱਕ ਲਹਿਰ ਪੈਦਾ ਕਰਨੀ ਪਊਗੀ ਅਮਰੀਕਾ ਦੇ ਵਿੱਚ, ਜਿਹਦੇ ਵਿੱਚ ਸਾਡਾ ਜਿਹੜਾ ਸੋਸ਼ਲ ਫੈਬਰਿਕ ਆ, ਸਾਡੀ ਨੇਸ਼ਨ ਦਾ, ਸਾਡੇ ਦੇਸ਼ ਦਾ ਜਿਹੜਾ ਸਮਾਜਿਕ ਤਾਣਾ ਬਾਣਾ ਆ, ਜਿਹੜੇ ਪਰਿਵਾਰ ਨੇ, ਜਿਹੜੇ ਸਕੂਲ ਨੇ, ਜਿੱਥੇ ਕੰਮਕਾਰ ਆ, ਹੈਲਥ ਕੇਅਰ ਆ, ਪਬਲਿਕ ਹੈਲਥ ਸਿਸਟਮ ਆ, ਟੈਕਨੋਲੋਜੀ ਕੰਪਨੀਆਂ ਨੇ, ਸਰਕਾਰ ਆ, ਹੋਰ ਆਰਗੇਨਾਈਜੇਸ਼ਨਸ ਨੇ, ਇਹ ਸਾਰੇ ਇਕੱਠੇ ਹੋ ਕੇ ਕੰਮ ਕਰਨਗੇ ਤਾਂ ਇਸ ਚੀਜ਼ ਨੂੰ ਜਿਹੜਾ ਡੀਸਟਿਗਮੇਟਾਈਜ਼ ਕੀਤਾ ਜਾ ਸਕਦਾ, ਲੋਨਲੀਨੈਸ ਨੂੰ। ਤੁਹਾਨੂੰ ਇਹਦੇ ਲਈ ਸਾਡੀ ਜਿਹੜੀ ਪੋਲਿਸੀ ਹੈ, ਚਾਹੇ ਉਹ ਕਲਚਰਲ ਪੋਲਿਸੀ ਹੋਵੇ, ਉਹਨਾਂ ਸਾਰੇ ਕੁਛ ਨੂੰ ਚੇਂਜ ਕਰਨਾ ਪਊਗਾ। ਇਹਦੇ ਉਹਨਾਂ ਨੇ 6 ਪਿੱਲਰ ਦੱਸੇ ਆ। ਐਡਵਾਈਜ਼ਰੀ ਬਹੁਤ ਮਹੱਤਵਪੂਰਨ ਆ ਅਤੇ ਇਹਦੀ ਬਹੁਤ ਡਿਟੇਲ ਦਿੱਤੀ ਆ ਉਹਨਾਂ ਨੇ। ਉਹ ਕਹਿੰਦੇ ਜਿਹੜਾ ਇਹ ਫਰੇਮਵਰਕ ਆ, ਸਮਾਜਿਕ ਤਾਣਾ ਬਾਣਾ, ਇਹਦੇ 6 ਪਿੱਲਰ ਨੇ। ਸਭ ਤੋਂ ਪਹਿਲਾ ਪਿੱਲਰ ਉਹ ਕਹਿੰਦੇ ਸੋਸ਼ਲ ਇਨਫਰਾਸਟਰਕਚਰ ਆ ਕਮਿਊਨਿਟੀਜ਼ ਦੇ ਵਿੱਚ, ਜਿਹਦੇ ਵਿੱਚ ਵਲੰਟੀਅਰ ਆਰਗੇਨਾਈਜੇਸ਼ਨ ਹੋਣ, ਕੋਈ ਧਾਰਮਿਕ ਸੰਸਥਾਵਾਂ ਹੋਣ, ਜਿਹੜੀਆਂ ਹੋਰ ਪੋਲਿਸੀਜ਼ ਹੋਣ, ਜਿਵੇਂ ਪਬਲਿਕ ਟਰਾਂਜ਼ਿਟ ਜਾਂ ਐਜੂਕੇਸ਼ਨ ਆ, ਉਹ ਹੋ ਸਕਦਾ। ਇਹ ਇੱਕ ਬਹੁਤ ਵੱਡਾ ਪਿੱਲਰ, ਇੱਕ ਪਿੱਲਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦੱਸਿਆ। ਦੂਜਾ ਪਿੱਲਰ ਉਹ ਕਹਿੰਦੇ ਸਭ ਤੋਂ ਵੱਡਾ ਹੈਗਾ ਕਿ ਸਾਨੂੰ ਪ੍ਰੋ ਕਨੈਕਸ਼ਨ ਪਬਲਿਕ ਪੋਲਿਸੀਜ਼ ਲਿਆਉਣੀਆਂ ਪੈਣਗੀਆਂ ਸਰਕਾਰ ਨੂੰ। ਪੋਲਿਸੀਜ਼ ਇੱਦਾਂ ਦੀਆਂ ਲਿਆਉਣ ਜਿਹਦੇ ਨਾਲ ਇੱਕ ਦੂਜੇ ਦੇ ਨਾਲ ਜ਼ਿਆਦਾ ਮਿਲਣਾ ਜੁਲਣਾ ਹੋਵੇ। ਤੀਜਾ ਪਿੱਲਰ ਉਹਨਾਂ ਨੇ ਇਹਦਾ ਇਹ ਦੱਸਿਆ ਕਿ ਜਿਹੜੀ ਪਬਲਿਕ ਹੈਲਥ ਅਤੇ ਹੈਲਥ ਕੇਅਰ ਡਿਲੀਵਰੀ ਸਿਸਟਮ ਆ, ਉਹਨੂੰ ਕਾਫੀ ਜ਼ਿਆਦਾ ਕੰਮ ਕਰਨਾ ਪਊਗਾ। ਉਹ ਸੋਸ਼ਲ ਕਨੈਕਸ਼ਨ ਦੇ ਉੱਤੇ ਐਡਰੈਸ ਕਰ ਸਕਦੀ ਹੈ। ਇਹ ਤੀਜਾ ਸਭ ਤੋਂ ਵੱਡਾ ਫੈਕਟਰ ਆ। ਚੌਥਾ ਪਿੱਲਰ ਡਾਕਟਰ ਮੂਰਥੀ ਨੇ ਕਿਹਾ ਆ ਕਿ ਜਿਹੜੀ ਸਾਡਾ ਡਿਜੀਟਲ ਐਨਵਾਇਰਨਮੈਂਟ ਆ, ਇਹਦੇ ਵਿੱਚ ਸ਼ੋਧ ਕਰਨ ਦੀ ਲੋੜ ਆ, ਕਿ ਜਿਹੜਾ ਇਹਦਾ ਬਹੁਤ ਵੱਡਾ ਅਸਰ ਸਾਡੇ ਜੀਵਨ ਦੇ ਉੱਤੇ ਇਸ ਵੇਲੇ ਪੈ ਰਿਹਾ ਆ। ਇਹ ਇੱਕ ਜਿਹੜਾ ਫਰੇਮਵਰਕ ਆ ਪੂਰੇ ਦਾ ਪੂਰਾ, ਇਹਦੇ ਤਹਿਤ ਜੇਕਰ ਕੰਮ ਕੀਤਾ ਜਾਊਗਾ ਫਿਰ ਕਨੈਕਸ਼ਨ ਬਣ ਸਕਦੇ। ਪੰਜਵਾਂ ਪਿੱਲਰ ਉਹਨਾਂ ਨੇ ਇਹਦੇ ਵਿੱਚ ਦੱਸਿਆ ਕਿ ਜਿਹੜੀ ਡਿਪੈਂਡਿੰਗ ਨੌਲੇਜ ਆ ਜਾਂ ਅਰਜ਼ ਆ ਲੋਕਾਂ ਦੀ ਦੂਜਿਆਂ ਦੇ ਨਾਲ, ਪਾਲਿਸੀ ਮੇਕਰਸ ਦੇ ਨਾਲ ਮਿਲਣ ਦੀ ਅਤੇ ਇੱਕ ਦੂਜੇ ਦੇ ਨਾਲ ਜੁੜ ਕੇ ਰਹਿਣ ਦੀ। ਔਰ ਛੇਵਾਂ ਅਤੇ ਆਖਰੀ ਪਿੱਲਰ ਉਹਨਾਂ ਨੇ ਦੱਸਿਆ ਕਿ ਜਿਹੜਾ ਇੱਕ ਕਲਚਰ ਆਫ ਕਨੈਕਸ਼ਨ ਆ, ਜਿਹਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਵੈਲਿਊਜ਼, ਉਹ ਮੁੱਲ ਹੋਣੇ ਚਾਹੀਦੇ ਆ, ਦਿਆਲਤਾ ਦਾ, ਇੱਜ਼ਤ ਦਾ, ਸੇਵਾ ਦਾ, ਕਮਿਟਮੈਂਟ ਦਾ, ਇੱਕ ਦੂਜੇ ਦੇ ਨਾਲ
ਜੇ ਉਹ ਕਹਿੰਦੇ ਇਹਨਾਂ 6 ਚੀਜ਼ਾਂ ਵੱਲ ਧਿਆਨ ਦਿੱਤਾ ਜਾਊਗਾ ਤਾਂ ਕੁਝ ਹੋ ਸਕਦਾ, ਨਹੀਂ ਤਾਂ ਨਹੀਂ ਹੱਲ ਹੋ ਸਕਦਾ। 2 ਦੇ ਵਿੱਚੋਂ ਇੱਕ ਅਮਰੀਕਨ ਇਕੱਲਾ ਫੀਲ ਕਰ ਰਿਹਾ ਤਾਂ ਲੋਨਲੀਨੈਸ ਆ, ਲੋਨਲੀਨੈਸ ਆ ਤਾਂ ਨੀਂਦ ਨਹੀਂ ਆਉਂਦੀ, ਬਿਮਾਰੀਆਂ ਵੱਧ ਰਹੀਆਂ, ਸਟ੍ਰੈਸ ਵੱਧ ਰਹੀ ਆ, ਹੋਰ ਸਮੱਸਿਆਵਾਂ ਵੱਧ ਰਹੀਆਂ। ਇਹ ਇੱਕ ਬਹੁਤ ਵੱਡਾ ਸਰਕਾਰ ਨੂੰ ਇੱਧਰਲੇ ਪਾਸੇ ਧਿਆਨ ਦੇਣ ਦੀ ਲੋੜ ਡਾਕਟਰ ਵਿਵੇਕ ਮੂਰਤੀ ਸਰਜਨ ਜਨਰਲ ਅਮਰੀਕਾ ਨੇ ਅੱਜ ਐਡਵਾਈਜ਼ਰੀ ਜਾਰੀ ਕਰਕੇ ਕਹੀ ਹੈ। ਅਗਲੀ ਗੱਲ ਬਾਤ ਦੋਸਤੋ ਅੱਜ ਕਰਨੀ ਆ, ਇੱਕ ਐਰੀਜ਼ੋਨਾ ਦੇ ਵਿੱਚ ਬੱਕੀ ਵੈਲੀ ਆ, ਉੱਥੇ ਇੱਕ ਘਟਨਾ ਵਾਪਰੀ ਆ। ਇੱਕ ਮਾਂ ਆਪਣੇ 2 ਬੱਚਿਆਂ ਦੇ ਨਾਲ ਗਈ ਸੀ, ਉੱਥੇ ਫੋਟੋ ਸ਼ੂਟ ਕਰ ਰਹੀ ਸੀ ਖੜੀ, ਬਿਲਕੁਲ ਜਿਸ ਤਰ੍ਹਾਂ ਆਮ ਸਧਾਰਨ ਕੋਈ ਸਾਫ਼ ਥਾਂ ਪੱਧਰਾ ਦੇਖ ਕੇ ਉੱਥੇ ਅਸੀਂ ਕਿਸੇ ਸੀਨ ਦੇ ਉੱਤੇ ਕਰ ਰਹੇ ਹਾਂ। ਐਰੀਜ਼ੋਨਾ ਦੇ ਵਿੱਚ ਜਿਹੜਾ ਬੱਕੇ ਵੈਲੀ ਰੀਜਨ ਦੇ ਵਿੱਚ ਉਸ ਖੇਤਰ ਦੇ ਵਿੱਚ ਉਹ ਆਪਣੇ ਨਿਆਣਿਆਂ ਦੀਆਂ ਫੋਟੋ ਖਿੱਚਦੀ ਸੀ ਕਿ ਉੱਥੇ ਡੂਮਣਾ ਛਿੜ ਗਿਆ, ਮੱਖੀਆਂ ਕਿਤੇ ਨੇੜੇ ਹੋਣਗੀਆਂ ਉੱਧਰਲੇ ਪਾਸੇ ਨੂੰ ਆ ਗਈਆਂ ਤੇ ਆ ਕੇ ਫਿਰ ਉਹਨੇ ਆਪਣੇ ਬੱਚਿਆਂ ਨੂੰ ਤਾਂ ਚੱਕ ਕੇ ਕਾਰ ਦੇ ਵਿੱਚ ਸਿੱਟ ਦਿੱਤਾ। ਕਾਰ ਦੇ ਵਿੱਚ ਸਿੱਟ ਕੇ ਉਹਨੇ ਕਾਰ ਬੰਦ ਕਰ ਦਿੱਤੀ ਤੇ ਉਹ ਵੀ ਉਹ ਨਾ ਕਿਤੇ ਇੱਕਦਮ ਉਹਨੇ ਉਹ ਬੰਦ ਕਰ ਦਿੱਤੀ ਵੀ ਮੱਖੀਆਂ ਨਾ ਅੰਦਰ ਚਲੇ ਜਾਣ, ਆਪ ਉਹ ਬਾਹਰ ਰਹਿ ਗਈ ਤੇ ਬਾਹਰ ਮੱਖੀਆਂ ਉਹਦੇ ਪਿੱਛੇ ਪੈ ਗਈਆਂ ਤੇ ਕਹਿੰਦੇ 75 ਡੰਗ ਉਹਦੇ ਵੱਜੇ ਉਸ ਔਰਤ ਦੇ ਔਰ ਮਰਨੋਂ ਮਸੀਂ ਬਚੀ ਆ। ਉਸ ਤੋਂ ਬਾਅਦ ਫਿਰ 911 ਕਿਸੇ ਨੇ ਕੀਤਾ, ਉਹ ਆਏ ਉੱਥੇ ਮੈਡੀਕਲ ਜਿਹੜਾ ਫਾਇਰ ਤੇ ਉਹ ਸਾਰੇ ਆ ਕੇ ਤਾਂ ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹਨੂੰ ਔਰਤ ਨੂੰ ਬਚਾਇਆ। ਇੱਕ ਸਪਰੇਅ ਜੀ ਉਹਨਾਂ ਦੇ ਕੋਲ ਸੀਗੀ, ਉਹ ਉਹਨਾਂ ਨੇ ਸਿੱਟੀ, ਉਹਦੇ ਨਾਲ ਮੱਖੀਆਂ ਦੂਰ ਗਈਆਂ। ਫਿਰ ਉਹਨਾਂ ਨੇ ਬੱਚਿਆਂ ਨੂੰ ਉਹਦੇ ਵਿੱਚੋਂ ਕਾਰ ਦੇ ਵਿੱਚੋਂ ਕੱਢ ਕੇ ਬੱਚੇ ਉਹਨਾਂ ਨੂੰ ਕੋਈ ਕਿਸੇ ਮੱਖੀ ਨੇ ਨਹੀਂ ਡੰਗ ਮਾਰਿਆ, ਬਚ ਗਏ। ਤੇ ਜਿਹੜੀ ਇਹ ਔਰਤ ਸੀਗੀ ਐਰੀਜ਼ੋਨਾ ਦੀ, ਜਿਹੜੀ ਇੱਕ ਐਰੀਜ਼ੋਨਾ ਫਾਇਰ ਐਂਡ ਮੈਡੀਕਲ ਅਥਾਰਟੀ ਨੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਉਹਨੂੰ ਕਾਫੀ ਜ਼ਿਆਦਾ ਜਿਹੜਾ ਹਾਰਮ ਹੋਇਆ। 75 ਵਾਰੀ ਮੱਖੀ ਡੰਗ ਜਾਵੇ, ਤੁਸੀਂ ਅੰਦਾਜ਼ਾ ਲਾ ਲਓ ਵੀ ਇੱਕ ਵਾਰੀ ਇਹਨੇ ਡੰਗ ਮਾਰਿਆ ਹੋਵੇ ਤਾਂ ਬੰਦੇ ਨੂੰ ਕਿੰਨਾ ਚਿਰ ਸੁਰਤ ਨਹੀਂ ਆਉਂਦੀ, ਤੇ ਜੇਕਰ 75 ਮੱਖੀਆਂ ਇਕੱਠੀਆਂ ਲੜ ਜਾਣ ਉਹਦਾ ਕੀ ਬਣਿਆ ਹੋਊਗਾ। ਪਰ ਉਹ ਬਚ ਗਈ। ਦੱਸਦੇ ਆ ਕਿ ਉਹਦਾ ਬਚਾਅ ਹੋ ਗਿਆ। ਵੀਡੀਓ ਇੱਕ ਫੇਸਬੁੱਕ ਦੇ ਉੱਤੇ ਪੋਸਟ ਕੀਤੀ ਐਤਵਾਰ ਨੂੰ ਇਸ ਏਜੰਸੀ ਨੇ, ਜਿਹਦੇ ਵਿੱਚ ਸਾਫ਼ ਤੌਰ 'ਤੇ ਦਿਸਦਾ ਵੀ ਮੱਖੀਆਂ ਉਹਦੇ ਆਲੇ ਦੁਆਲੇ ਘੁੰਮ ਰਹੀਆਂ ਆ। ਫਾਇਰ ਫਾਈਟਰ ਉੱਥੇ ਆਉਂਦੇ ਆ ਸਵੈਟ ਵਾਲੇ, ਤੇ ਉਹ ਆ ਕੇ ਉੱਥੇ ਬੱਚਿਆਂ ਨੂੰ ਜਿਹੜਾ ਟਰੱਕ ਦੇ ਵਿੱਚ ਲੈ ਕੇ ਜਾਂਦੇ ਆ। F500 ਫੋਮ ਯੂਜ਼ ਕੀਤੀ ਜਿਹੜੀ ਇਹਨਾਂ ਨੇ ਇਹਨੂੰ ਮੱਖੀਆਂ ਨੂੰ ਪਰੇ ਕਰਨ ਦੇ ਲਈ, ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਬਚਾਇਆ। ਔਰ ਹੁਣ ਉਹਨਾਂ ਨੇ ਇਹਦੇ ਨਾਲ ਗੱਲ ਕੀ ਕਹੀ ਹੈ ਵੀ ਇਹ ਘਟਨਾ ਤਾਂ ਵਾਪਰ ਗਈ, ਚਲੋ ਬਚਾਅ ਹੋ ਗਿਆ। ਬਚਾਅ ਤਾਂ ਕੀ ਹੋ ਗਿਆ, 75 ਮੱਖੀਆਂ ਲੜ ਗਈਆਂ ਪਰ ਫਿਰ ਵੀ ਜਾਨ ਬਚ ਗਈ ਜਾਂ ਬੱਚਿਆਂ ਦਾ ਬਚਾਅ ਹੋ ਗਿਆ। ਡਿਪਾਰਟਮੈਂਟ ਨੇ ਸਲਾਹ ਇਹ ਦਿੱਤੀ ਆ ਕਿ ਕੁਛ ਸੀਜ਼ਨ ਆਉਂਦੇ ਆ ਜਿਹਦੇ ਵਿੱਚ ਜਿਹੜੀਆਂ ਬੀਜ਼ ਨੇ ਅਗਰੈਸਿਵ ਹੋ ਜਾਂਦੀਆਂ, ਜ਼ਿਆਦਾ ਲੜਦੀਆਂ, ਜ਼ਿਆਦਾ ਹਮਲੇ ਕਰਦੀਆਂ। ਉੱਥੇ ਤੁਹਾਨੂੰ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਹੁੰਦਾ ਬਹੁਤ ਘੱਟ ਆ ਇਹ, ਇੱਦਾਂ ਨਹੀਂ। ਆਪਣੇ ਇੱਥੇ ਕਿੰਨੇ ਸ਼ਹਿਰ ਦੇ ਹੈਗੇ ਆ ਸਾਰੇ ਉਹ, ਪਰ ਇੱਦਾਂ ਨਹੀਂ ਲੜਦੀਆਂ। ਪਰ ਕਈ ਵਾਰੀ ਜਦੋਂ ਇਹ ਅਗਰੈਸਿਵ ਹੋ ਜਾਣ ਤਾਂ ਫਿਰ ਜਿਹੜੇ ਵਿਗਿਆਨੀ ਆ ਉੱਥੇ ਉਹ ਦੱਸਦੇ ਆ ਕਿ ਇਹ ਅਟੈਕ ਕਰ ਦਿੰਦੀਆਂ, ਤੇ ਇਹ ਫਿਰ ਬਹੁਤ ਖਤਰਨਾਕ ਹੁੰਦਾ ਕਈ ਵਾਰੀ ਜੇਕਰ ਤੁਹਾਡੇ ਉੱਤੇ ਇਹ ਅਟੈਕ ਕਰ ਦਿੰਦੀਆਂ। ਤੇ ਰੌਲਾ ਜਿਹੜੇ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਉੱਥੇ ਸੈਨ ਡਿਏਗੋ ਦੇ ਵਿੱਚ ਜਿਹੜੇ ਸਟੱਡੀ ਕਰਦੇ ਆ ਬੀ ਕਮਿਊਨੀਕੇਸ਼ਨ ਤੇ ਅਗਰੈਸ਼ਨ ਨੂੰ, ਇਹਦਾ ਇੱਕ ਪੂਰਾ ਇਹਨਾਂ ਦੇ ਨਾ ਸੋਸ਼ਲ ਨੈਟਵਰਕ ਹੁੰਦਾ ਹਨੀ ਬੀਸ ਦਾ, ਜਿਹੜਾ ਛੱਤਾ ਜਿਹਾ ਲੱਗਾ ਹੁੰਦਾ, ਉਹ 'ਚ ਇੱਕ ਰਾਣੀ ਮੱਖੀ ਹੁੰਦੀ ਹੈ, ਬਾਕੀ ਉਹਨੂੰ ਬਚਾਉਂਦੇ। ਬੜਾ ਇਹਨਾਂ ਦਾ ਇੱਕ ਸਿਸਟਮ ਹੁੰਦਾ ਇਹਦੀ, ਉਹਨੂੰ ਸਟੱਡੀ ਕਰਨ ਦੇ ਲਈ ਵੱਖ-ਵੱਖ ਜਿਹੜੇ ਪ੍ਰੋਫੈਸਰ ਜਾਂ ਜਿਹੜੇ ਵਿਗਿਆਨੀ ਹੁੰਦੇ ਆ, ਉਹਨਾਂ ਨੇ ਹੁਣ ਇਹ ਦਿੱਤਾ ਵੀ ਤੁਸੀਂ ਇਹ ਤੋਂ ਬਚਾਅ ਕਿੱਦਾਂ ਕਰਨਾ। ਵੀ ਇਸ ਕੇਸ ਦੇ ਵਿੱਚ ਤਾਂ ਚਲੋ ਬਚਾਅ ਹੋ ਗਿਆ, ਜੇ ਕੱਲ੍ਹ ਨੂੰ ਤੁਹਾਡੇ ਨਾਲ ਇੱਦਾਂ ਹੋ ਗਈ ਤਾਂ ਤੁਸੀਂ ਕੀ ਕਰਨਾ। ਉਹ ਕਹਿੰਦੇ ਪਹਿਲਾਂ ਤਾਂ ਭੱਜ ਲਓ ਉੱਥੋਂ, ਭੱਜੋ। ਉਹ ਕਹਿੰਦੇ ਬਲ ਪਾ ਕੇ ਨਹੀਂ, ਸਿੱਧੇ ਭੱਜੋ, ਖੜੇ ਹੋ ਕੇ ਸਿਰ ਵੱਲੋਂ ਹੱਥ ਨਾ ਮਾਰੀ ਜੋ, ਮੱਖੀਆਂ ਹੋਰ ਲੜਨਗੀਆਂ, ਹੋਰ ਅਗਰੈਸਿਵ ਹੋਣਗੀਆਂ। ਮੱਖੀ ਜਿਹੜੀ ਆ 20 ਮੀਲ ਪਰ ਆਵਰ ਦੀ ਸਪੀਡ ਦੇ ਨਾਲ ਦੌੜ ਸਕਦੀ ਆ ਔਰ ਉੱਡ ਸਕਦੀ ਆ, ਤੇ ਬੰਦਾ ਇਹਦੇ ਤੋਂ ਜ਼ਿਆਦਾ ਦੌੜ ਸਕਦਾ। ਤੇ ਖਾਸ ਕਰ ਜਦੋਂ ਮੱਖੀਆਂ ਪਿੱਛੇ ਪਈਆਂ ਹੋਣ ਫਿਰ ਉਹ ਹੋਰ ਵੀ ਜ਼ਿਆਦਾ ਦੌੜ ਸਕਦਾ। ਤੇ ਉਹ ਕਹਿੰਦੇ ਵੀ ਦੌੜੋ ਉੱਥੋਂ, ਜਿੱਥੇ ਤੁਹਾਡੇ ਮੱਖੀ ਆ ਉੱਥੇ ਖੜੇ ਇੱਕ ਥਾਂ ਤੇ ਹੱਥ ਨਾ ਮਾਰੋ, ਉੱਥੋਂ ਭੱਜ ਲਓ ਤੇ ਸਿੱਧੇ ਜਾਓ। ਦੇਖੋ ਕਿਤੇ ਕੋਈ ਕਾਰ ਕੋਈ ਥਾਂ ਤੁਹਾਨੂੰ ਮਿਲਦੀ ਆ ਤੇ ਇੱਕ ਪਾਸੇ ਨੂੰ ਤੁਸੀਂ ਦੌੜਨਾ। ਔਰ ਦੂਜੀ ਗੱਲ ਇਹ ਕਹਿੰਦੇ ਪਿੱਛਾ ਤੁਹਾਡਾ ਕਰਨਗੇ, ਇਹ ਨਹੀਂ ਵੀ ਤੁਸੀਂ ਥੋੜ੍ਹਾ ਜਿਹਾ ਭੱਜ ਕੇ ਤੇ ਅੱਗੇ ਜਾ ਕੇ ਰੁਕ ਗਏ, ਉੱਥੇ ਫਿਰ ਤੁਹਾਨੂੰ ਆ ਜਾਣਗੇ। ਕਈ ਤਰ੍ਹਾਂ ਦੀਆਂ ਇਹ ਉਹਨਾਂ ਨੇ ਇਸ ਕਰਕੇ ਦੱਸਿਆ ਨਾ, ਇਹਨਾਂ ਮੱਖੀਆਂ ਬਾਰੇ ਮਿਥਸ ਬਹੁਤ ਨੇ ਸਾਡੇ ਮਨ ਦੇ ਵਿੱਚ, ਧਾਰਨਾਵਾਂ ਬਹੁਤ ਨੇ। ਕੋਈ ਕਹਿੰਦਾ ਪਾਣੀ 'ਚ ਛਾਲ ਮਾਰ ਦਿਓ, ਕੋਈ ਕਹਿੰਦਾ ਇਹਨਾਂ ਵੱਲ ਉਂਗਲ ਨਾ ਕਰੋ ਤੇ ਕੁਛ ਨਾ ਕਰੋ, ਕੋਈ ਕਹਿੰਦਾ ਖੜੇ ਰਹੋ, ਇਹਨਾਂ ਨੂੰ ਹੱਥ ਨਾ ਮਾਰੋ। ਕਈ ਤਰ੍ਹਾਂ ਦੀਆਂ ਧਾਰਨਾਵਾਂ, ਪਰ ਇਹ ਜਿਹੜੇ ਇਹਨਾਂ ਦੇ ਬਿਹੇਵੀਅਰ ਨੂੰ ਸਟੱਡੀ ਕਰਦੇ ਉਹਨਾਂ ਨੇ ਕਿਹਾ ਵੀ ਤੁਸੀਂ ਭੱਜੋ ਉੱਥੋਂ ਤੇ ਸਿੱਧੇ ਕਿਸੇ ਥਾਂ ਦੇ ਉੱਤੇ ਜਾਓ। ਤੇ ਦੂਜਾ ਉਹ ਕਹਿੰਦੇ ਤੁਸੀਂ ਜਿਹੜਾ ਕਿਸੇ ਤਰ੍ਹਾਂ ਆਪਣੇ ਨੱਕ ਨੂੰ, ਆਪਣੀਆਂ ਅੱਖਾਂ ਨੂੰ ਹੱਥ ਦੇ ਨਾਲ ਬਚਾਉਣ ਦੀ ਕੋਸ਼ਿਸ਼ ਕਰੋ। ਇਹ ਮੱਖੀਆਂ ਨੂੰ ਪਤਾ ਹੁੰਦਾ, ਔਰ ਤੁਹਾਡੇ ਜਿਹੜੇ ਡਾਰਕ ਪਾਰਟਸ ਨੇ ਬੋਡੀ ਦੇ, ਖਾਸ ਕਰ ਅੱਖਾਂ ਨੇ, ਉੱਥੇ ਲੜਦੀਆਂ, ਕਿਉਂਕਿ ਤੁਹਾਡੇ ਭਰਵੱਟੇ ਹੁੰਦੇ ਆ ਕਾਲੇ, ਉਹਨਾਂ ਨੂੰ ਜੇ ਤੁਸੀਂ ਕਵਰ ਕਰ ਲੈਂਦੇ ਹੋ ਫਿਰ ਹੋਰ ਤੁਹਾਡਾ ਬਚਾਅ ਹੋ ਜਾਂਦਾ, ਕਿਉਂਕਿ ਏਰੀਆ ਸੈਂਸਿਟਿਵ ਹੁੰਦਾ। ਸੈਂਸਿਟਿਵ ਏਰੀਆ ਦੇ ਉੱਤੇ ਜਦੋਂ ਅਟੈਕ ਕਰਦੀਆਂ ਤਾਂ ਨੁਕਸਾਨ ਜ਼ਿਆਦਾ ਹੁੰਦਾ ਹੈ। ਦੂਜਾ ਇਹਨਾਂ ਨੇ ਪਾਣੀ ਬਾਰੇ ਇਹ ਕਿਹਾ ਵੀ ਪਾਣੀ ਦੇ ਵਿੱਚ ਛਾਲ ਬਿਲਕੁਲ ਨਾ ਮਾਰੋ। ਉਹ ਕਹਿੰਦੇ ਮੱਖੀਆਂ ਤੋਂ ਤਾਂ ਹੋ ਸਕਦਾ ਤੁਹਾਡਾ ਬਚਾਅ ਹੋ ਜਾਵੇ, ਪਰ ਡੁੱਬਣ ਤੋਂ ਬਚਾਅ ਨਹੀਂ ਹੁੰਦਾ। ਤੁਹਾਨੂੰ ਪਤਾ ਨਹੀਂ ਪਾਣੀ ਕਿੰਨਾ ਡੂੰਘਾ। ਤੇ ਦੂਜੀ ਗੱਲ ਇਹ ਆ ਵੀ ਪਾਣੀ 'ਚੋਂ ਕਦੋਂ ਤੁਸੀਂ ਸਿਰ ਬਾਹਰ ਕੱਢੋਗੇ, ਤੇ ਜੇ ਸਿਰ ਬਾਹਰ ਕੱਢੋਗੇ ਇਹ ਜਾਂਦੀਆਂ ਨਹੀਂ, ਫਿਰ ਤੁਹਾਡੇ ਲੜਨਗੀਆਂ। ਸੋ ਇਹ ਵੀ ਕੋਈ ਹੱਲ ਨਹੀਂ ਆ ਪਾਣੀ ਵਾਲਾ। ਦੂਜਾ ਉਹ ਕਹਿੰਦੇ ਵੀ ਜਦੋਂ ਤੁਸੀਂ ਅੱਖਾਂ ਢੱਕਣੀਆਂ ਦੌੜਨ ਲੱਗੇ, ਉਸ ਵੇਲੇ ਵੀ ਖਿਆਲ ਨਾਲ ਰੱਖ ਕੇ ਦੌੜੋ, ਵੀ ਅੱਖਾਂ ਦੇ ਉੱਤੇ ਹੱਥ ਰੱਖ ਕੇ ਦੌੜੀ ਜਾਓਗੇ, ਕਿਸੇ ਚੀਜ਼ ਦੇ
ਵਿੱਚ ਨੁਕਸਾਨ ਨਾ ਕਰਾ ਲਓ, ਕਿਉਂਕਿ ਕਈ ਘਟਨਾਵਾਂ ਇੱਦਾਂ ਦੀਆਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਆ। ਤੇ ਕਾਰ ਦੇ ਵਿੱਚ ਬੈਠ ਕੇ ਤੁਸੀਂ ਵਿੰਡੋ ਉੱਤੇ ਕਰ ਲਓ। ਦੂਜਾ ਇਹ ਆ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਜਦੋਂ ਤੁਸੀਂ ਜਿਹੜਾ ਖਿਆਲ ਰੱਖੋਗੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਤੁਹਾਡਾ ਘਟ ਸਕਦਾ ਆ। ਤੇ ਕਈ ਵਾਰੀ ਇਹਦੀ ਉਹ ਕਹਿੰਦੇ ਐਲਰਜੀ ਵੀ ਹੁੰਦੀ ਆ। ਉਹ ਐਲਰਜੀ ਲਈ ਤੁਹਾਨੂੰ ਜੇਕਰ ਤੁਹਾਡੇ ਕੋਲ ਐਪੀਪੈਨ ਹੈਗਾ ਆ ਤਾਂ ਉਹਨੂੰ ਯੂਜ਼ ਕਰੋ, ਉਹਦੇ ਨਾਲ ਬਚਾਅ ਹੋ ਸਕਦਾ। ਤੇ ਜੇ ਤੁਹਾਨੂੰ ਐਲਰਜੀ ਨਹੀਂ ਆ ਫਿਰ ਐਪੀਪੈਨ ਨਾ ਯੂਜ਼ ਕਰੋ, ਕਿਉਂਕਿ ਜੇ ਤੁਸੀਂ ਐਲਰਜੀ ਨਹੀਂ ਆ ਫਿਰ ਉਹ ਟੀਕਾ ਜਿਹਾ ਲਾਉਣ ਲੱਗ ਜਾਂਦੇ ਆਪਣੇ, ਤੇ ਉਹਦੇ ਨਾਲ ਫਿਰ ਇਹ ਜ਼ਿਆਦਾ ਕਹਿੰਦੇ ਇਹਦਾ ਕੋਈ ਰਿਐਕਸ਼ਨ ਹੋ ਜਾਂਦਾ ਤੇ ਉਹ ਉਲਟਾ ਨੁਕਸਾਨ ਵੀ ਇਸ ਚੀਜ਼ ਦਾ ਹੋ ਸਕਦਾ ਆ। ਸੋ ਇਸ ਚੀਜ਼ ਤੋਂ ਆ ਜਿਹੜਾ ਮੌਸਮ ਆ ਇਹਦੇ ਵਿੱਚ ਜਦੋਂ ਕਿਤੇ ਜ਼ਿਆਦਾ ਇਹ ਮੱਖੀਆਂ ਅਗਰੈਸਿਵ ਹੁੰਦੀਆਂ ਆ ਤੇ ਹੁਣ ਦੂਜਾ ਇਹ ਹੈਗਾ ਵੀ ਕਿੰਨੇ ਕੁ ਬੰਦੇ ਬਰਦਾਸ਼ਤ ਕਰ ਸਕਦਾ ਵੀ ਇਹਦਾ ਡੰਗ ਜ਼ਹਿਰੀਲਾ ਹੁੰਦਾ, ਸ਼ਾਇਦ ਹੀ ਮੱਖੀ ਦਾ ਬੰਦੇ ਦੀ ਮੌਤ ਤਾਂ ਨਹੀਂ ਹੋ ਜਾਊਗੀ। ਇਹ ਕਹਿੰਦੇ ਜੇਕਰ ਪਰ ਪਾਉਂਡ ਬੰਦੇ ਦਾ ਜਿਹੜਾ 1 ਪਾਉਂਡ ਦੇ 10 ਕੁ ਡੰਗ ਸਹਾਰ ਸਕਦਾ ਬੰਦਾ ਆਪਣੇ weight ਦੇ ਹਿਸਾਬ ਨਾਲ। ਤੇ ਇੱਦਾਂ ਮਤਲਬ ਇੰਨੀ ਕੁ ਜ਼ਹਿਰ ਨਹੀਂ ਹੁੰਦੀ ਕਿ ਬੰਦੇ ਦੇ ਵਿੱਚ ਹੋ ਜਾਵੇ। ਤੇ ਜੇ 50 ਪਾਉਂਡ ਦਾ ਜਿਹੜਾ ਬੱਚਾ ਹੈਗਾ ਆ ਕੋਈ, ਤੇ ਜੇ 500 ਸਟਿੰਗ ਵੀ ਉਹਦੇ ਹੋਵੇ ਤਾਂ ਉਹ ਟੋਲਰੇਟ ਕਰ ਸਕਦਾ ਆ। ਤੇ ਇੱਕ ਅਡਲਟ ਆ ਜੇ ਉਹਦੇ 1000 ਮੱਖੀ ਵੀ ਲੜ ਜਾਵੇ ਤਾਂ ਉਹ ਸਰਵਾਈਵ ਕਰ ਲੈਂਦਾ ਆ। ਟ੍ਰੀਟਮੈਂਟ ਇਹਦੀ ਅੱਗੇ ਆ ਜਿਹੜੀ ਉਹਨਾਂ ਨੇ ਦੱਸੀਆਂ ਐਲਰਜੀਜ਼ ਦੇ ਲਈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹਦੀ ਟ੍ਰੀਟਮੈਂਟ ਕਰਾ ਸਕਦੇ ਹੋ। ਪਰ ਮੋਟੀ ਗੱਲ ਇਹ ਆ ਵੀ ਤੁਸੀਂ ਇਹਦੇ ਤੋਂ ਬਚਾਅ ਰੱਖੋ। ਜਿਹੜੀ ਐਰੀਜ਼ੋਨਾ ਦੀ ਘਟਨਾ ਆ ਕਿਸੇ ਹੋਰ ਨਾਲ ਵੀ ਹੋ ਸਕਦੀ ਆ। ਕਾਫੀ ਜ਼ਿਆਦਾ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਤੇ ਉਹਦੀ ਜਾਣਕਾਰੀ ਤੁਹਾਡੇ ਤੱਕ ਹੋਣੀ ਬਹੁਤ ਜ਼ਰੂਰੀ ਆ। ਅਗਲੀ ਖਬਰ, ਇੱਕ ਜਿਹੜਾ ਸਾਬਕਾ FBI ਦਾ ਆਫਿਸਰ ਸੀ, ਏਜੰਟ ਸੀ, ਉਹਨੂੰ ਓਰੇਗਨ ਦੇ ਵਿੱਚ ਅਰੈਸਟ ਕੀਤਾ ਸਰਕਾਰ ਨੇ, ਜਿਹੜੇ ਗ੍ਰਿਫਤਾਰ ਕੀਤਾ। ਤੇ ਦੋਸ਼ ਉਹਦੇ ਉੱਤੇ ਇਹ ਆ ਕਿ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਜਨਵਰੀ 6, 2021 ਨੂੰ ਹਮਲਾ ਹੋਇਆ ਸੀ, ਉਸ ਵੇਲੇ ਇਹ ਬੰਦਾ ਦੰਗਾਕਾਰੀਆਂ ਦੇ ਨਾਲ ਸੀ ਤੇ ਉਹ ਪੁਲਿਸ ਨੂੰ ਕਹਿ ਰਿਹਾ ਸੀ ਕਿ ਤੁਸੀਂ ਨਾਜ਼ੀ ਆ, ਤੁਹਾਡੇ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਬਾਰ-ਬਾਰ ਬੋਲ ਰਿਹਾ ਸੀ। ਉਹ ਵੀਡੀਓ ਹੁਣ ਸਾਹਮਣੇ ਆਈਆਂ। ਜੈਰਡ ਐਲ ਵਾਈਸ 50 ਸਾਲ ਦੀ ਉਮਰ ਆ। ਇਹ ਸਪੈਸ਼ਲ ਏਜੰਟ ਰਿਹਾ ਤੇ ਸੁਪਰਵਾਈਜ਼ਰੀ ਏਜੰਟ ਰਿਹਾ FBI ਦੇ ਲਈ 2004 ਤੋਂ ਲੈ ਕੇ 2017 ਤੱਕ। ਮਤਲਬ ਜਿਹੜੀ ਸਭ ਤੋਂ ਵੱਡੀ ਏਜੰਸੀ ਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ 4 ਤੋਂ ਲੈ ਕੇ 17 ਤੱਕ ਕੰਮ ਕਰਦਾ ਰਿਹਾ। ਤੇ ਜਿਹੜਾ ਫੈਡਰਲ ਕੋਰਟ DC ਦੇ ਵਿੱਚ ਪਿਛਲੇ ਹਫ਼ਤੇ ਉਹਨੇ ਫਾਈਲ ਕੀਤਾ ਆ, ਉਹਦੇ ਵਿੱਚੋਂ ਇਹ ਜਾਣਕਾਰੀ ਦਿੱਤੀ ਆ। ਤੇ FBI ਨੇ ਇਹਦੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਵੀ ਇਹ ਬੰਦਾ ਸਾਡੇ ਨਾਲ ਕੰਮ ਕਰਦਾ ਸੀ ਜਾਂ ਨਹੀਂ ਕਰਦਾ ਸੀ। ਇਹਦੇ ਤੋਂ ਬਾਅਦ ਜਿਹੜੀ ਰਿਪੋਰਟ ਇਹ ਆਈ ਆ ਕਿ ਇਹ ਕੈਪੀਟਲ ਦੇ ਅੰਦਰ ਸੀ ਜਦੋਂ 2021 ਜਨਵਰੀ ਦੇ ਵਿੱਚ ਉੱਥੇ ਦੰਗੇ ਫੈਲੇ ਆ। FBI ਏਜੰਟ ਨੇ ਇਹ ਕਹਿੰਦੇ ਕਿ ਉਹਦਾ ਜਿਹੜਾ ਸੈਲਟ ਆ ਸੀਗਾ ਉਹਦਾ ਰਿਕਾਰਡ ਵੀ ਸਾਹਮਣੇ ਆਇਆ। ਉਹਨੇ ਵੀ ਦੱਸਿਆ, ਉਹਦਾ ਦੀ ਕੰਪਨੀ ਨੇ ਵੀ ਦੱਸਿਆ ਵੀ ਇਹਦਾ ਸੈੱਲਫੋਨ ਇਸ ਇਲਾਕੇ ਦੇ ਵਿੱਚ ਕਾਫੀ ਵਾਰੀ ਯੂਜ਼ ਹੋਇਆ ਆ। ਫਿਰ ਉਹਨਾਂ ਨੇ ਕੈਪੀਟਲ ਹਿੱਲ ਦੀ ਸਰਵੇਲੈਂਸ ਵੀਡੀਓ ਨੂੰ ਦੇਖਿਆ ਵੀ ਸਾਰੀ ਵੀਡੀਓ ਦੁਬਾਰਾ ਚਲਾ ਦੇਖੀ ਤੇ ਉਹਦੇ ਵਿੱਚ ਪੁਲਿਸ ਦੇ ਜਿਹੜੇ ਬੋਡੀ ਕੈਮਰੇ ਸੀਗੇ ਉਹਦੀ ਫੁਟੇਜ ਸੀਗੀ ਉਹਨੂੰ ਵੀ ਦੇਖਿਆ। ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਇਹ ਗੱਲਬਾਤ ਦੇਖੀ ਆ ਕਿ ਇਹ ਬੰਦਾ ਬਿਲਡਿੰਗ ਦੇ ਅੰਦਰ ਜਾਂਦਾ ਆ ਸੈਨੇਟ ਵਿੰਗ ਡੋਰ ਦੇ ਤਹਿਤ 2:23 ਤੇ ਜਿਹੜੇ ਰਾਊਟਰ ਜਿਹੜੇ ਉਹ ਦੰਗਾਕਾਰੀ ਸੀਗੇ ਰਾਈਟਸ ਕਰਨ ਵਾਲੇ, ਇਹ ਜਿੱਧਰ ਦੇ ਪਾਸੇ ਦੀ ਗਏ ਸੀ। ਉਹਦੇ ਤੋਂ ਬਾਅਦ ਫਿਰ ਉਹ ਬਿਲਡਿੰਗ ਦੇ ਆਲੇ ਦੁਆਲੇ ਦਿਖਦਾ ਆ। ਉਹਦੇ ਤੋਂ ਬਾਅਦ ਇਹਨੇ ਲੋਕਾਂ ਦੇ ਨਾਲ ਉੱਥੇ ਬਹਿਸ ਵੀ ਕੀਤੀ। ਬੋਡੀ ਕੈਮ ਫੁਟੇਜ ਦੇ ਵਿੱਚੋਂ ਇਹ ਵੀ ਪਤਾ ਲੱਗਿਆ ਤੇ ਉਹਨੇ ਮਤਲਬ ਮੰਦਾ ਚੰਗਾ ਵੀ ਪੁਲਿਸ ਨੂੰ ਬੋਲਿਆ ਕਿ ਤੁਸੀਂ ਬਹੁਤ ਮਾੜਾ ਕੰਮ ਕਰ ਰਹੇ ਆ। ਔਰ ਇਹ ਵੀ ਕਹਿ ਰਿਹਾ ਕਿ ਮੈਂ ਫਾਰਮਰ ਲਾ ਇਨਫੋਰਸਮੈਂਟ ਆਫਿਸਰ ਹਾਂ ਤੇ ਵੀ ਤੁਸੀਂ ਬਹੁਤ ਮਾੜਾ ਕੰਮ ਕਰ ਰਹੇ ਆ, ਤੁਸੀਂ ਨਾਜ਼ੀ ਆ, ਤੁਹਾਨੂੰ ਦਿਖਦਾ ਨਹੀਂ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਬਾਰ-ਬਾਰ ਉਹ ਇਹ ਗੱਲਾਂ ਉਹਨਾਂ ਨੂੰ ਕਹਿ ਰਿਹਾ ਆ। ਤੇ ਟੈਕਸਸ ਦੇ ਵਿੱਚ ਰਹਿੰਦਾ ਸੀ ਇਹ ਜਿਹੜੀ ਐਫੀਡੈਵਿਟ ਦੇ ਵਿੱਚ ਸਾਹਮਣੇ ਆਇਆ। ਪਰ ਹੁਣ ਪੁਲਿਸ ਨੇ ਇਹਨੂੰ ਲੱਭ ਕੇ ਇਹਦੀ ਸਾਰੀ ਸਰਵੇਲੈਂਸ ਵੀਡੀਓ ਸਾਰਾ ਕੁਝ ਦੇਖਣ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਆ। ਚਾਰਜ ਕੀਤਾ ਗਿਆ 4 ਇਹਦੇ ਜਿਹੜੇ ਇਹਦੇ ਉੱਤੇ ਚਾਰਜਸ ਲਾਏ ਗਏ ਆ। ਤੇ ਹੁਣ ਅੱਗੇ ਇਹਦੀ ਜਿਹੜੀ ਪਹਿਲੀ ਕੋਰਟ ਅਪੀਅਰੈਂਸ ਹੋਈ ਆ ਉਹਦੇ ਉੱਤੇ ਇਹਦਾ ਜਿਹੜਾ ਕੋਰਟ ਰਿਕਾਰਡ ਦੇ ਅਨੁਸਾਰ ਦੇਖਿਆ ਗਿਆ ਆ ਕਿ ਇਹਨੂੰ ਕਿੰਨੇ ਚਿਰ ਦੇ ਲਈ ਛੱਡਿਆ ਗਿਆ ਆ। ਤੇ ਜਨਵਰੀ 6 ਨੂੰ ਜੋ ਕੁਛ ਉੱਥੇ ਹੋਇਆ ਸੀ ਉਹ ਤੋਂ ਬਾਅਦ ਹੁਣ ਜਦੋਂ ਉਹਦੀ ਜਾਂਚ ਪੜਤਾਲ ਹਜੇ ਤੱਕ ਚੱਲ ਰਹੀ ਹੈ ਤਾਂ ਉਹਦੇ ਵਿੱਚੋਂ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਆ। ਜਿਹੜੇ ਘੱਟੋ ਘੱਟ 20 ਫਾਰਮਰ ਜਾਂ ਇਸ ਵੇਲੇ ਦੇ ਮੈਂਬਰ ਲਾ ਇਨਫੋਰਸਮੈਂਟ ਦੇ ਅਰੈਸਟ ਕੀਤੇ ਜਨਵਰੀ 6 ਰਾਈਟਸ ਦੇ ਵਿੱਚ। ਅੰਦਾਜ਼ਾ ਲਾ ਲਓ ਤੁਸੀਂ ਵੀ ਉਹਦੇ ਵਿੱਚ ਦੰਗਾਕਾਰੀਆਂ ਦੇ ਵਿੱਚ ਸ਼ਾਮਲ ਕੌਣ ਸੀ। ਐਟ ਲੀਸਟ 20 ਸਾਬਕਾ ਜਾਂ ਹੁਣ ਦੇ ਜਿਹੜੇ ਲਾ ਇਨਫੋਰਸਮੈਂਟ ਦੇ ਮੈਂਬਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਜਿਹੜੀ ਇਹਦੀ ਹੁਣ ਸਜ਼ਾ ਆ ਉਹ ਕਿੰਨੀ ਹੋਣੀ ਆ, ਕੀ ਬਣਦਾ ਆ, ਉਹ ਦੇਖਣ ਵਾਲੀ ਗੱਲਬਾਤ ਆ।
ਪਰ ਉਹ ਮਾਮਲਾ ਹਜੇ ਤੱਕ ਠੰਡਾ ਨਹੀਂ ਪਿਆ ਤੇ ਸਰਕਾਰ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਕਾਰਵਾਈ ਕਰ ਰਹੀ ਹੈ। ਆਪਣੇ ਆਪ ਦੇ ਵਿੱਚ ਜਨਵਰੀ 6 ਦੀ ਘਟਨਾ ਅਮਰੀਕਾ ਦੇ ਇਤਿਹਾਸ ਵਿੱਚ ਬਹੁਤ ਮੰਦਭਾਗੀ, ਦੁਖਦਾਈ, ਇਤਿਹਾਸ ਦਾ ਇੱਕ ਕਾਲਾ ਦਿਨ, ਜਿਸ ਦਿਨ ਇਲੈਕਸ਼ਨ ਦੇ ਰਿਜ਼ਲਟ ਆਉਣੇ ਸੀ ਤੇ ਸਹੁੰ ਚੁੱਕ ਸਮਾਗਮ ਹੋਣਾ ਸੀ ਤੇ ਉਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਕਹਿ ਦਿੱਤਾ ਵੀ ਸਾਡੇ ਨਾਲ ਧੋਖਾ ਹੋ ਗਿਆ ਤੇ ਆਪਾਂ ਆਪਣੀ ਦੇਸ਼ ਜਿਹੜਾ ਵਾਪਸ ਲੈਣਾ ਹੈ, ਤੇ ਲੋਕਾਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ ਸੀ। ਜਿੰਨੀ ਭੰਨ ਤੋੜ ਉਸ ਇਤਿਹਾਸਕ ਇਮਾਰਤ ਦੇ ਉੱਤੇ ਕੀਤੀ, ਉਹ ਵਾਕਈ ਇੱਕ ਬਹੁਤ ਮਾੜਾ ਦਿਨ ਸੀ। ਪਰ ਹੁਣ ਉਹਨਾਂ ਨੇ ਛੱਡਣਾ ਕੋਈ ਨਹੀਂ, ਇੱਕ ਇੱਕ ਕਰਕੇ ਲੱਭਣੇ ਸ਼ੁਰੂ ਕਰ ਦਿੱਤੇ ਆ ਤੇ ਇੱਥੇ ਤੱਕ ਵੀ ਇੱਕ FBI ਦਾ ਸਾਬਕਾ ਜਿਹੜਾ ਅਧਿਕਾਰੀ ਸੀ ਉਹਨੂੰ ਵੀ ਉਹਨਾਂ ਨੇ ਗ੍ਰਿਫਤਾਰ ਕੀਤਾ ਆ। ਦੋਸਤੋ, ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਆਪਾਂ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਕੁਝ ਨਵੀਆਂ ਤਾਜ਼ੀਆਂ ਗੱਲਾਂ ਨਾਲ।